ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜਾ ਇਹ ਕਿਸਾਨੀ ਦਾ ਇਸ਼ੂ ਚੱਲ ਰਿਹਾ ਹੈ, ਇਸ ਨੂੰ ਲੈ ਕੇ ਜਿਹੜੀ ਜਾਗਰੂਕਤਾ ਹੈ ਖਾਸ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ, ਇਸ ਨਜ਼ਰੀਏ ਤੋਂ ਇਸ ਪਾਰਟ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ। ਪਿਛਲਾ ਜਿਹੜਾ ਆਹ ਲੰਘਿਆ ਵੀਕਐਂਡ, ਇਸ ਵੀਕਐਂਡ ਦੇ ਉੱਤੇ ਅਸੀਂ ਦੇਖਿਆ ਉਹ ਨਾਰਥ ਅਮਰੀਕਾ ਤੇ ਕੈਨੇਡਾ ਦੋਹਾਂ ਮੁਲਕਾਂ ਦੇ ਜਿਹੜੇ ਵੱਡੇ ਸ਼ਹਿਰ ਨੇ, ਇਹਨਾਂ ਦੇ ਵਿੱਚ ਜਾਂ ਇੱਕ ਹਫ਼ਤਾ ਪਹਿਲਾਂ ਇੱਥੇ ਰੈਲੀਆਂ ਕੱਢੀਆਂ ਗਈਆਂ ਨੇ। ਇੱਥੇ ਜਿਹੜੇ ਪ੍ਰੋਟੈਸਟ ਨੇ ਇੰਡੀਅਨ ਕੌਂਸੂਲੇਟ ਦੇ ਬਾਹਰ ਉਹ ਕੀਤੇ ਗਏ ਨੇ। ਪਿਛਲੇ ਸਮੇਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰਸ ਨਿਊਯਾਰਕ ਦੇ ਵਿੱਚ ਜਿਹੜੇ ਸਥਿਤ ਨੇ, ਉਹਨਾਂ ਦੇ ਬਾਹਰ ਜਦੋਂ ਨਰਿੰਦਰ ਮੋਦੀ ਵੱਲੋਂ ਐਡਰੈਸ ਕੀਤਾ ਗਿਆ ਸੀ, ਇੱਥੇ ਵੀ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਤੇ ਹੁਣ ਆ ਜਿਹੜਾ ਵੀਕਐਂਡ ਲੰਘਿਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ, ਉਹ ਟੋਰਾਂਟੋ ਹੋਵੇ, ਸਰੀ ਬ੍ਰਿਟਿਸ਼ ਕੋਲੰਬੀਆ ਹੋਵੇ, ਜਾਂ ਉਧਰ ਜਦੋਂ ਅਸੀਂ ਵੈਸਟ ਕੋਸਟ ਦੀ ਗੱਲ ਕਰਦੇ ਹਾਂ ਅਮਰੀਕਾ ਦੀ, ਤੇ ਵੱਡਾ ਸ਼ਹਿਰ ਸੈਨ ਫਰਾਂਸਿਸਕੋ ਦੀ ਜਿਹੜਾ ਉੱਥੇ ਭਾਰਤੀ ਕੌਂਸੂਲੇਟ ਹੈ, ਉਸ ਦੇ ਬਾਹਰ ਜਿਹੜਾ ਵਿਰੋਧ ਪ੍ਰਦਰਸ਼ਨ ਹੈ ਉਹ ਕੀਤਾ ਗਿਆ। ਜਿਹੜੀ ਮੋਦੀ ਸਰਕਾਰ ਵੱਲੋਂ ਇਹ ਜਿਹੜੇ 3 ਆਰਡੀਨੈਂਸ ਲਿਆਂਦੇ ਗਏ ਆ, ਬਿੱਲ ਹੁਣ ਕਾਨੂੰਨ ਬਣ ਗਏ ਆ ਇੱਕ ਹਿਸਾਬ ਨਾਲ ਜੇ ਕਹਿਣਾ ਹੋਵੇ, ਤੇ ਇਹਨਾਂ ਦੇ ਵਿਰੋਧ ਦੇ ਵਿੱਚ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਇਸ ਵਕਤ ਪੰਜਾਬ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ। ਜਦੋਂ ਪੰਜਾਬ ਵੱਲ ਨਜ਼ਰ ਮਾਰਦੇ ਆ ਤੇ ਇਹ ਨਜ਼ਰ ਆਉਂਦਾ, ਇਹ ਗੱਲ ਸਿੱਧੀ ਹੈ ਕਿ ਕਿਸਾਨ ਜਿਹੜੇ ਨੇ ਉਹ ਇਸ ਵਕਤ ਸੜਕਾਂ ਦੇ ਉੱਤੇ ਬੈਠੇ ਆ, ਰੇਲ ਟਰੈਕਸ ਦੇ ਉੱਤੇ ਬੈਠੇ ਆ। ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੇ ਪ੍ਰੋਟੈਸਟ ਨੇ ਉਹ ਕੀਤੇ ਜਾ ਰਹੇ ਨੇ। ਉਹ ਵੱਡੀਆਂ ਰਿਫਾਈਨਰੀਜ਼ ਹੋਣ, ਰਿਲਾਇੰਸ ਦੇ ਜਾਂ ਅਦਰਵਾਈਜ਼ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਜਿਹੜੇ ਪੈਟਰੋਲ ਪੰਪ ਨੇ ਉਹ ਹੋਣ, ਉਹਨਾਂ ਦੇ ਬਾਹਰ ਜਿਹੜੇ ਧਰਨੇ ਨੇ ਉਹ ਲਾਏ ਜਾ ਰਹੇ ਆ। ਤੇ ਨਾਲ ਹੀ ਨਾਲ ਜਿਹੜਾ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ, ਉੱਥੇ ਵੀ ਜਿਹੜਾ ਇੱਕ ਪੱਕਾ ਧਰਨਾ ਹੈ, ਪ੍ਰੋਟੈਸਟ ਹੈ, ਉਹਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਹਦੀ ਕਵਰੇਜ ਮੀਡੀਆ ਦੇ ਵਿੱਚ 4 ਚੁਫੇਰੇ ਇਸ ਲੰਘੇ ਵੀਕਐਂਡ ਦੇ ਉੱਤੇ ਹੋਈ ਹੈ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਨੇ, ਇਸ ਬਾਬਤ ਹੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਬਾਹਰੋਂ ਸ਼ੁਰੂਆਤ ਕਰਕੇ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਚੱਲ ਰਹੀ ਹੈ ਇਸ ਇਸ਼ੂ ਨੂੰ ਲੈ ਕੇ, ਉਸ ਬਾਬਤ ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਇਸ ਵਕਤ ਸੀਨੀਅਰ ਜਰਨਲਿਸਟ ਸਰਦਾਰ ਗੁਰਪ੍ਰੀਤ ਸਿੰਘ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਜਿੱਥੇ ਸ਼ੁਰੂਆਤ ਕਰਦੇ ਹਾਂ, ਉੱਥੇ ਨਾਲ ਹੀ ਨਾਲ ਜਦੋਂ ਗੱਲਬਾਤ ਤੋਂ ਬਾਅਦ ਕਾਲਾਂ ਦਾ ਸਿਲਸਿਲਾ, ਤੁਸੀਂ ਕਾਲਸ ਦੇ ਰਾਹੀਂ ਜਦੋਂ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੁੰਦਾ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਜਾਂ ਸਵਾਲ ਸਾਂਝੇ ਕਰ ਸਕੋਗੇ। ਗੁਰਪ੍ਰੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਦੁਬਾਰਾ ਮੰਚ ਮੁਹੱਈਆ ਕਰਨ ਲਈ, ਸਮਾਂ ਦੇਣ ਲਈ ਜੀ। ਗੁਰਪ੍ਰੀਤ ਸਿੰਘ ਜੀ, ਕਿਵੇਂ ਦੇਖਦੇ ਹੋ ਜਿਹੜੀ ਇਹ ਇੱਕ ਜਾਗਰੂਕਤਾ ਦੀ ਲਹਿਰ ਅਸੀਂ ਪੰਜਾਬ ਦੇ ਵਿੱਚ ਦੇਖੀ ਹੈ, ਹੁਣ ਉਹ ਬਾਹਰਲੇ ਮੁਲਕਾਂ ਦੇ ਵਿੱਚ, ਲੰਡਨ ਦੇ ਵਿੱਚ ਵੀ ਮੈਂ ਗੱਲ ਕਰਨੀ ਚਾਹੂੰਗਾ, ਬੜੇ ਵੱਡੇ ਲੈਵਲ ਤੇ ਪ੍ਰੋਟੈਸਟ ਹੋਇਆ। ਲੰਘੀ ਕੱਲ ਸਰੀ ਬ੍ਰਿਟਿਸ਼ ਕੋਲੰਬੀਆ, ਟੋਰਾਂਟੋ, ਨਾਰਥ ਅਮਰੀਕਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਇੱਕ ਜਿੱਥੇ ਜਾਗਰੂਕਤਾ ਦਿਖ ਰਹੀ ਹੈ, ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਇਹ ਹਾਂ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਕਿਵੇਂ ਦੇਖਦੇ ਹੋ ਇਸ ਪਾਰਟ ਨੂੰ? ਪਹਿਲੀ ਗੱਲ ਤਾਂ ਬੜੀ ਗੱਲ ਦੀ ਖੁਸ਼ੀ ਹੈ ਕਿ ਲੋਕਾਂ ਵਿੱਚ ਇਸ ਕਿਸਮ ਦੀ ਜਾਗਰੂਕਤਾ ਆਈ ਹੈ ਔਰ ਲੋਕ ਸੜਕਾਂ ਤੇ ਨਿਕਲੇ ਨੇ। ਅਸੀਂ ਵੇਖ ਰਹੇ ਸੀ ਪਿਛਲੇ ਕੁਝ ਸਾਲਾਂ ਤੋਂ ਇੱਕ ਚੁੱਪੀ ਜਿਹੀ ਪਸਰੀ ਹੋਈ ਸੀ ਜੀ। ਮੋਦੀ ਸਰਕਾਰ ਦੇ ਬਾਰੇ ਇੱਕ ਆਮ ਧਾਰਨਾ ਬਣੀ ਸੀ ਕਿ ਬਹੁਤ ਹੀ ਇੱਕ ਜਾਬਰ ਸਰਕਾਰ ਹੈ, ਫਾਸ਼ੀਵਾਦੀ ਸਰਕਾਰ ਹੈ, ਕਿਸੇ ਕਿਸਮ ਦੀ ਜਿਹੜੀ ਵਿਰੋਧ ਨੂੰ ਇਹ ਸਹਿਣ ਨਹੀਂ ਕਰ ਸਕਦੇ। ਸੋ ਵਿਦੇਸ਼ਾਂ ਦੇ ਵਿੱਚ ਇੱਕ ਟ੍ਰੈਂਡ ਚੱਲਿਆ ਹੋਇਆ ਸੀ ਕਿ ਕਈ ਮੁੱਦੇ ਆਏ, ਚਾਹੇ ਕਸ਼ਮੀਰ ਦਾ ਮੁੱਦਾ ਸੀ, ਚਾਹੇ ਜਿਹੜਾ UAPA ਦਾ ਮਸਲਾ ਸੀ, ਸਿਆਸੀ ਕੈਦੀਆਂ ਦਾ ਮਸਲਾ ਸੀ, ਕਈ ਮੁੱਦੇ ਆਏ। ਮਤਲਬ ਕਿ ਹਰ ਇੱਕ ਮੁੱਦੇ ਦੇ ਬਾਰੇ ਇਸ ਸੀਮਤ ਸਮੇਂ 'ਚ ਗੱਲ ਕਰਨਾ ਵੀ ਸੰਭਵ ਨਹੀਂ ਹੈ, ਪਰ ਕਈ ਮੁੱਦੇ ਆਏ ਜਿਨ੍ਹਾਂ ਮੁੱਦਿਆਂ ਦੇ ਉੱਤੇ ਜਿਹੜੇ ਰੋਸ ਇਕੱਠ ਹੁੰਦੇ ਰਹੇ ਉਹ ਛੋਟੇ ਟਾਵੇਂ ਹੁੰਦੇ ਰਹੇ। ਪਰ ਇਹ ਮਤਲਬ ਇਸ ਤਰੀਕੇ ਦਾ ਇਕੱਠ ਜਿਹੜੇ ਐਡੇ ਵੱਡੇ ਹੁਣ ਦੇਖ ਰਹੇ ਹਾਂ ਆਪਾਂ ਪਿਛਲੇ ਕੁਝ ਦਿਨਾਂ ਦੌਰਾਨ, ਉਸ ਤੋਂ ਇੱਕ ਗੱਲ ਤੇ ਬੜੀ ਚੰਗੀ ਆਸ ਨਜ਼ਰ ਆ ਰਹੀ ਹੈ ਕਿ ਚਲੋ ਠੀਕ ਹੈ, ਵਿਦੇਸ਼ਾਂ ਵਿੱਚ ਜਿਹੜੀ ਚੁੱਪੀ ਪਸਰੀ ਹੋਈ ਸੀ ਉਹ ਟੁੱਟੀ ਹੈ। ਅਖੀਰ ਉਸ ਵਰਗ ਨੂੰ ਇਸ ਦਾ ਸੇਕ ਮਹਿਸੂਸ ਹੋਇਆ ਕਿ ਸਰਕਾਰ ਕਿਵੇਂ ਧੱਕੇ ਕਰਦੀ ਆ ਰਹੀ। ਹੁਣ ਜਿਵੇਂ ਕਿਸਾਨੀ ਦੇ ਮੁੱਦੇ ਤੇ ਸਰਕਾਰ ਨੇ ਆਰਡੀਨੈਂਸ ਲਿਆਂਦਾ, ਇੱਕ ਵੱਡਾ ਜਿਹੜਾ ਗਿਲਾ ਹੈ ਲੋਕਾਂ ਦਾ ਉਹ ਇਹ ਹੈ ਕਿ ਜਿਹੜੀ ਕਿਸਾਨੀ ਹੈ ਉਹ ਭਾਰਤ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਕਿਉਂਕਿ ਮੁੱਖ ਤੌਰ ਤੇ ਜਿਹੜਾ ਭਾਰਤ ਆ ਉਹ ਪਿੰਡਾਂ 'ਚ ਵਸਦਾ ਔਰ ਭਾਰਤ ਦਾ ਅਰਥਚਾਰਾ ਉਸਦੀ ਰੀੜ੍ਹ ਦੀ ਹੱਡੀ ਹੈ ਕਿਸਾਨੀ।
ਸੋ ਉਹਨਾਂ ਲੋਕਾਂ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਸਾਡੇ ਨਾਲ ਬਿਨਾਂ ਕੋਈ ਮਸ਼ਵਰਾ ਕੀਤਿਆਂ ਸਾਡੇ ਮੁੱਦੇ ਦੇ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਪਾਰਲੀਮੈਂਟ 'ਚ ਕੋਈ ਡਿਬੇਟ ਤੱਕ ਨਹੀਂ ਹੋਈ ਤੇ ਬਿਲਕੁਲ ਬਹੁ ਗਿਣਤੀ ਦੇ ਨਸ਼ੇ ਵਿੱਚ ਚੋਰੀਆਂ ਜਿਹੜਾ ਸਰਕਾਰ ਨੇ ਆਪਣੀ ਮਨਮਰਜ਼ੀ ਕੀਤੀ ਹੈ, ਕਿਉਂਕਿ ਉਹਨਾਂ ਕੋਲ ਇਸ ਟਾਈਮ ਐਬਸੋਲੂਟ ਮੈਜੋਰਟੀ ਹੈ ਜੀ। ਪਰ ਸਵਾਲ ਇਹ ਪੈਦਾ ਹੁੰਦਾ ਕਿ ਇਹ ਕੁਝ ਤਾਂ ਸਰਕਾਰ ਨੇ ਕਸ਼ਮੀਰ ਵੇਲੇ ਵੀ ਕੀਤਾ ਸੀਗਾ। ਕਸ਼ਮੀਰ ਵੇਲੇ ਕਿਹੜਾ ਸਰਕਾਰ ਨੇ ਕੋਈ ਡਿਬੇਟ ਕੀਤੀ ਸੀ, ਕੋਈ ਡਿਸਕਸ਼ਨ ਕੀਤੀ ਸੀ? ਆਪਣੇ ਤੌਰ ਤੇ ਫੈਸਲਾ ਲਿਆ ਤੇ ਕਸ਼ਮੀਰ ਦਾ ਭਵਿੱਖ ਤੈਅ ਕਰ ਦਿੱਤਾ। ਤੇ ਉਸ ਦੇ ਬਾਵਜੂਦ ਜਿਹੜੀਆਂ ਵੱਖ-ਵੱਖ ਪਾਰਟੀਆਂ ਸੀਗੀਆਂ ਉਹਨਾਂ ਨੇ ਬਿਲਕੁਲ ਭਾਰਤੀ ਜਨਤਾ ਪਾਰਟੀ ਸਰਕਾਰ ਦੀ ਬੋਲੀ ਔਰ ਹਾਂ 'ਚ ਹਾਂ ਰਲਾਉਂਦੇ ਹੋਏ ਕਸ਼ਮੀਰ ਦੇ ਵਿੱਚ ਜੋ ਸਰਕਾਰ ਨੇ ਕੀਤਾ ਉਸ ਨੂੰ ਜਾਇਜ਼ ਠਹਿਰਾਇਆ। ਚਾਹੇ ਉਸ ਵਿੱਚ ਆਮ ਆਦਮੀ ਪਾਰਟੀ ਦੀ ਗੱਲ ਕਰੋ, ਚਾਹੇ ਤੁਸੀਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰੋ, ਅਕਾਲੀ ਦਲ ਦੀ ਗੱਲ ਕਰੋ। ਪਰ ਜਦੋਂ ਹੁਣ ਕਿਸਾਨੀ ਦੇ ਮੁੱਦੇ ਤੇ ਜਿਹੜੀ ਹੈ ਮਨੂਵਾਦੀ ਸਰਕਾਰ, ਕਿਉਂਕਿ ਉਹਨਾਂ ਦੇ ਤਾਂ ਏਜੰਡੇ ਤੇ ਕਿਸਾਨ ਕਦੇ ਵੀ ਨਹੀਂ ਸੀਗੇ, ਤਾਂ ਮਜ਼ਦੂਰ ਵੀ ਨਹੀਂ ਸੀ, ਸੋ ਕਿਸਾਨਾਂ ਨੂੰ ਤਾਂ ਵੈਸੇ ਵੀ ਸ਼ੂਦਰ ਸਮਝਦੇ ਨੇ। ਸੋ ਇਸ ਕਰਕੇ ਕਿਸਾਨਾਂ ਨਾਲ ਤਾਂ ਦੋਨੇ ਗੱਲਾਂ ਹੋ ਗਈਆਂ ਨਾ ਕਿ ਜਿਹੜੀ ਸਰਕਾਰ ਪਹਿਲਾਂ ਹੀ ਜਮਾਖੋਰਾਂ ਦੀ ਹੋਵੇ, ਵਪਾਰੀਆਂ ਦੀ ਹੋਵੇ, ਕਿਸਾਨ ਤਾਂ ਉਹਨਾਂ ਦਾ ਵੈਸੇ ਹੀ ਦੁਸ਼ਮਣ ਹੈ। ਤੇ ਜੇ ਉਹ ਕਿਸਾਨ ਨੂੰ ਤੁਸੀਂ ਆਜ਼ਾਦਵਾਦ ਦੇ ਪ੍ਰਣਾਲੀ ਹਿਸਾਬ ਨਾਲ ਸ਼ੂਦਰ ਕੈਟਾਗਰੀ 'ਚ ਪਾ ਲਓ ਫਿਰ ਤਾਂ ਬੜਾ ਕਲੀਅਰ ਹੈ ਕਿ ਉਹ ਮਨੂਵਾਦੀ ਸਰਕਾਰ ਦੇ ਏਜੰਡੇ ਤੋਂ ਬਿਲਕੁਲ ਬਾਹਰ ਨੇ। ਸੋ ਅੱਜ ਜਦੋਂ ਉਹਨਾਂ ਨੂੰ ਹੱਥ ਪਾ ਲਿਆ ਜਾਂ ਉਹਨਾਂ ਦੀ ਪੂਛ ਤੇ ਪੈਰ ਧਰ ਦਿੱਤਾ ਤੇ ਸਾਰੇ ਉੱਤਰੀ ਭਾਰਤ ਵਿੱਚ ਕੁਰਲਾੜ ਮਚ ਗਈ ਹੈ। ਸੋ ਇੱਕ ਤਰੀਕੇ ਨਾਲ ਮੈਂ ਸਮਝਦਾ ਚਲੋ ਅਰਥਚਾਰੇ ਦੇ ਬਹਾਨੇ ਲੋਕ ਇਕੱਠੇ ਹੋਏ, ਸੜਕਾਂ ਤੇ ਆਏ, ਹੈ ਤਾਂ ਬਹੁਤ ਵਧੀਆ ਗੱਲ। ਪਰ ਨਾਲ ਦੀ ਨਾਲ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਮੁੱਦੇ ਤਾਂ ਜਿਹੜੇ ਪਹਿਲਾਂ ਵੀ ਉੱਠੇ ਸੀ ਉਹ ਵੀ ਬੜੇ ਹੀ ਇੰਪੋਰਟੈਂਟ ਸੀਗੇ। ਇਹ ਜਿਹੜੀ ਟੁਕੜੇ ਦੀ ਲੜਾਈ ਲੜੀ ਜਾ ਰਹੀ ਹੈ ਕੋਈ ਮਸਲੇ ਦਾ ਹੱਲ ਨਹੀਂਗਾ। ਗੱਲ ਇਹ ਕਿ ਅੱਜ ਇਹ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਇਸ ਫਾਸ਼ੀਵਾਦੀ ਤਾਕਤ ਦਾ ਮੂੰਹ ਤੋੜਨਾ ਪਊਗਾ, ਇੱਕ ਮੂੰਹ ਤੋੜ ਜਵਾਬ ਦੇਣਾ ਪਊਗਾ, ਕਿਉਂਕਿ ਇਹ ਸਰਕਾਰ ਕਿਸਾਨਾਂ ਦੀ ਤਾਂ ਕਦੇ ਵੀ ਨਹੀਂ ਸੀਗੀ, ਦਲਿਤਾਂ ਦੀ ਵੀ ਨਹੀਂ ਹੈ ਤੇ ਘੱਟ ਗਿਣਤੀਆਂ ਦੇ ਖਿਲਾਫ ਲਗਾਤਾਰ ਹਮਲੇ ਕਰਦੀ ਆ ਰਹੀ ਹੈ। ਸੋ ਅੱਜ ਮੌਕਾ ਹੈ ਇਸ ਗੱਲ ਦਾ ਕਿ ਇਸ ਜਦੋਂ ਇੱਕ ਪਿੜ ਮਗਿਆ ਹੋਇਆ ਲੜਾਈ ਦਾ ਤਾਂ ਉਸ ਦੇ ਵਿੱਚ ਸਾਰੇ ਮੁੱਦਿਆਂ ਨੂੰ ਲੈ ਕੇ ਇਸ ਫਾਸ਼ੀਵਾਦੀ ਸਰਕਾਰ ਦੇ ਖਿਲਾਫ ਜਿਹੜਾ ਰੋਹ ਹੈ ਉਹਨੂੰ ਸਹੀ ਦਿਸ਼ਾ ਵੱਲ ਸੇਧਿਤ ਕੀਤਾ ਜਾਵੇ। ਬਿਲਕੁਲ। ਤੇ ਇਹ ਇੱਕ ਫੈਕਟਰ ਹੈ ਜਿਹੜਾ ਕਿਤੇ ਨਾ ਕਿਤੇ ਦੇਖਣ ਨੂੰ ਵੀ ਮਿਲ ਰਿਹਾ ਜਦੋਂ ਅਸੀਂ ਪੰਜਾਬ ਦੇ ਵਿੱਚ ਨਜ਼ਰ ਮਾਰਦੇ ਹਾਂ ਨੌਜਵਾਨਾਂ ਦੇ ਵੱਲ ਜਾਂ ਅਦਰਵਾਈਜ਼ ਜਿਹੜੀਆਂ ਖਾਸ ਤੌਰ ਤੇ ਜੇ ਮੈਂ ਜ਼ਿਕਰ ਕਰਨਾ ਹੋਵੇ ਜਿਹੜਾ ਹੁਣ ਮੋਰਚਾ ਸ਼ੰਭੂ ਬਾਰਡਰ ਦੇ ਉੱਤੇ ਲੱਗਾ, ਜਿਹੜੀਆਂ ਉੱਥੇ ਤਕਰੀਰਾਂ ਇਸ ਵੀਕਐਂਡ ਦੇ ਉੱਤੇ ਹੋਈਆਂ ਨੇ, ਜਦੋਂ ਤੁਸੀਂ ਉਹਨਾਂ ਵੱਲ ਦੇਖਦੇ ਹੋ ਜਾਂ ਜਿਹੜੇ ਉੱਥੇ ਬੁਲਾਰੇ ਸੀ ਜਿਹਦੇ ਵਿੱਚ ਨੌਜਵਾਨ ਬੁਲਾਰੇ ਵੀ ਸੀ, ਜਿਹੜੇ ਕੁਝ ਸਿਆਸਤਦਾਨ ਵੀ ਸੀ, ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਸਮੇਤ ਕੁਝ ਗਾਇਕ ਜਿਹੜੇ ਆਰਟਿਸਟ ਨੇ ਉਹ ਵੀ ਸੀ। ਸੋ ਉਹਨਾਂ ਦੀਆਂ ਤਕਰੀਰਾਂ ਚੋਂ ਇਹ ਗੱਲ ਝਲਕਦੀ ਹੈ। ਮੈਂ ਕਹੂੰਗਾ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਇਹਨੂੰ ਕਿ ਸਿਰਫ ਇੱਕ ਮੁੱਦੇ ਦੇ ਨਾਲ ਜੋੜ ਕੇ ਨਹੀਂ ਬਲਕਿ ਉਹਦੇ ਤੋਂ ਬਿਯੋਂਡ ਜਾ ਕੇ ਦੇਖਣ ਦੀ ਲੋੜ ਹੈ। ਉਹ ਗੱਲ ਉੱਥੇ ਉਸ ਮੁਜ਼ਾਹਰੇ ਦੇ ਵਿੱਚ ਜਾਂ ਉਸ ਜਿਹੜਾ ਰੋਸ ਪ੍ਰਦਰਸ਼ਨ ਹੈ, ਮੋਰਚਾ ਹੈ ਲੱਗਾ ਹੋਇਆ, ਉਸ ਦੇ ਵਿੱਚ ਦੇਖਣ ਨੂੰ ਮਿਲੀ ਹੈ। ਪਰ ਜਦੋਂ ਅਸੀਂ ਦੂਜੇ ਪਾਸੇ ਦੇਖਦੇ ਹਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਇਹੀ ਗੱਲ ਨਜ਼ਰ ਆ ਰਹੀ ਹੈ ਕਿ ਜਿਹੜਾ ਉਹਨਾਂ ਦਾ ਫੋਕਸ ਹੈ ਉਹ ਸਿਰਫ ਤੇ ਸਿਰਫ MSP ਤੱਕ ਤੇ ਜਿਹੜਾ ਹੈ ਮੰਡੀਕਰਨ ਜਿਹੜਾ ਇਸ਼ੂ ਹੈ ਇਸ ਤੱਕ ਹੀ ਉਹਨਾਂ ਦਾ ਜਿਹੜਾ ਸੰਘਰਸ਼ ਹੈ ਉਹ ਕੇਂਦਰਿਤ ਹੈ। ਸੋ ਇਹ ਦੋਵੇਂ ਲਾਈਨਾਂ ਇਸ ਵਕਤ ਪੈਰਲਲ ਚੱਲਦੀਆਂ ਨਜ਼ਰ ਆ ਰਹੀਆਂ ਨੇ। ਤੁਹਾਨੂੰ ਲੱਗਦਾ ਵੀ ਇਹ ਜਿਹੜਾ ਇਹਦੇ ਤੋਂ ਬਿਯੋਂਡ ਜਾ ਕੇ ਇਕੱਠਿਆਂ ਹੋਣ ਦੀ ਲਾਈਨ ਵੀ ਦਿਖ ਸਕਦੀ ਹੈ? ਲੋਕਾਂ ਨੂੰ ਵੇਖਣੀ ਚਾਹੀਦੀ ਹੈ ਕਿਉਂਕਿ 2-3 ਘਟਨਾਵਾਂ ਇਕੱਠੀਆਂ ਵਾਪਰੀਆਂ ਜਿਹੜੀਆਂ ਇਹ ਸੰਕੇਤ ਦੇ ਰਹੀਆਂ ਕਿ ਸਰਕਾਰ ਜਿਹੜੀ ਹੈ ਕਿਸ ਕਿਸਮ ਦੀ ਹੈ ਔਰ ਸਰਕਾਰ ਦੀ ਮਨਸ਼ਾ ਕੀ ਹੈ। ਦੇਖੋ ਗੱਲ ਇਸ ਤਰ੍ਹਾਂ, ਜਦੋਂ ਕਿਸਾਨਾਂ ਦਾ ਇਹ ਜਿਹੜਾ ਸੰਘਰਸ਼ ਸਿਸਟਮ ਹੈ ਬਿਲਕੁਲ ਮਗਿਆ ਹੋਇਆ, ਉਹਨਾਂ ਦਿਨਾਂ 'ਚ 2 ਖਬਰਾਂ ਲਗਾਤਾਰ ਡਿਵੈਲਪਮੈਂਟਸ ਹੋਈਆਂ। ਇੱਕ ਹੋਇਆ ਕਿ ਬਾਬਰੀ ਮਸਜਿਦ ਵਿੱਚ ਜਿਹੜੇ ਕਾਂਡ ਵਿੱਚ ਜਿਹੜੇ ਲੋਕ ਸ਼ਾਮਿਲ ਸੀ ਉਹਨਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ, 32 ਲੋਕਾਂ ਨੂੰ, ਜਿਸ 'ਚ ਅਡਵਾਨੀ ਵੀ ਸ਼ਾਮਿਲ ਆ। ਜਦੋਂ ਉਹ ਸਮਾਚਾਰ ਆਇਆ ਨਾਲ ਦੀ ਨਾਲ ਡਿਵੈਲਪਮੈਂਟ ਇਹ ਹੋਈ ਕਿ ਇੱਕ 20 ਸਾਲਾ ਦਲਿਤ ਲੜਕੀ ਨਾਲ ਬਲਾਤਕਾਰ ਹੋਇਆ UP ਦੇ ਵਿੱਚ ਔਰ ਪੁਲਿਸ ਨੇ ਉਸ ਮਾਮਲੇ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਹ ਤੁਹਾਨੂੰ ਤਾਂ ਦੱਸ ਰਿਹਾ ਕਿ ਇਸ ਸਬਬ ਇਹ ਬਣਦਾ ਕਿ 6 ਦਸੰਬਰ ਨੂੰ 1992 ਜਦੋਂ ਬਾਬਰੀ ਮਸਜਿਦ ਢਾਈ ਗਈ ਉਸ ਦਿਨ ਡਾਕਟਰ ਅੰਬੇਦਕਰ ਦੀ ਬਰਸੀ ਵੀ ਸੀਗੀ ਜੀ। ਇੱਕ ਮੈਸੇਜ ਦਿੱਤਾ ਗਿਆ ਬੜੇ ਗੁੱਝੇ ਢੰਗ ਦੇ ਨਾਲ ਕਿ ਇਸ ਮੁਲਕ ਦੇ ਵਿੱਚ ਜਿਹੜਾ ਮੁਸਲਮਾਨ ਹੈ, ਦਲਿਤ ਹੈ, ਉਹ ਸਾਡਾ ਦੁਸ਼ਮਣ ਹੈ ਤੇ ਕਿਸਾਨ ਵੀ ਦੁਸ਼ਮਣ ਹੈ। ਇਹ ਸਾਰੇ ਜਿਹੜੇ ਵਰਗ ਨੇ ਅੱਜ ਇਕੱਠੇ ਹੋ ਕੇ ਸੋਚਣ ਕਿ ਇੱਕੋ ਹੀ ਤਾਕਤ ਤੁਹਾਨੂੰ ਸਾਰਿਆਂ ਨੂੰ ਲਪੇਟ ਰਹੀ ਹੈ ਔਰ ਉਹ ਸਿਰਫ ਤੇ ਸਿਰਫ ਇਸ ਕਰਕੇ ਉਹਨਾਂ ਕੋਲ ਬਹੁ ਗਿਣਤੀ ਹੈ, ਉਹਨਾਂ ਕੋਲ ਸੀਟਾਂ ਵੱਧ ਨੇ ਹਾਊਸ ਦੇ ਵਿੱਚ। ਦੇਖੋ ਅਫਸੋਸ ਦੀ ਗੱਲ ਇਹ ਆ ਕਿ 2018 ਵਿੱਚ 8 ਸਾਲਾ ਆਸਿਫਾ ਬਾਨੋ ਨਾਂ ਦੀ ਮੁਸਲਿਮ ਬੱਚੀ ਨਾਲ ਬਲਾਤਕਾਰ ਹੁੰਦਾ, ਕਤਲ ਹੁੰਦਾ ਉਸਦਾ। ਜਿਹੜੇ ਲੋਕ ਉਸ ਵਿੱਚ ਸ਼ਾਮਲ ਨੇ ਉਸ ਦੇ ਹੱਕ ਵਿੱਚ ਭਾਰਤੀ ਜਨਤਾ ਪਾਰਟੀ ਦੇ ਗੁੰਡੇ ਤਿਰੰਗੇ ਲੈ ਕੇ ਸੜਕਾਂ ਤੇ ਉਤਰ ਆਏ ਸੀਗੇ। ਹੋਣਾ ਤਾਂ ਚਾਹੀਦਾ ਸੀਗਾ ਕਿ ਉਹ ਜਿਹੜਾ ਬੱਚੀ ਦਾ ਕਤਲ ਸੀਗਾ ਮੋਦੀ ਸਰਕਾਰ ਦੀ ਕਫਨ ਦਾ ਅਖੀਰਲਾ ਕਿਲ ਸਾਬਿਤ ਹੋਣਾ ਚਾਹੀਦਾ ਸੀ। ਪਰ ਇਸ ਦੇ ਉਲਟ ਹੋਇਆ ਕਿ 2019 ਦੀਆਂ ਚੋਣਾਂ ਵਿੱਚ ਮੋਦੀ ਨੂੰ ਭਾਰੀ ਬਹੁਮਤ ਦਿੱਤਾ ਗਿਆ। ਸੋ ਇਹੋ ਜਿਹੀ ਸਰਕਾਰ ਤੋਂ ਹੁਣ ਤੁਸੀਂ ਕਿਵੇਂ ਆਸ ਕਰੋਗੇ ਕਿ ਉੱਥੇ ਉਸ ਸਰਕਾਰ ਦੇ
ਰਾਜ ਪ੍ਰਬੰਧ ਵਿੱਚ ਘੱਟ ਗਿਣਤੀਆਂ ਦੀਆਂ ਬੱਚੀਆਂ, ਦਲਿਤਾਂ ਦੀਆਂ ਬੱਚੀਆਂ ਕਦੇ ਸੁਰੱਖਿਅਤ ਰਹਿ ਸਕਣਗੀਆਂ ਜੀ। ਸੋ ਇਹ ਲੜਾਈ ਜਿਹੜੀ ਹੈ ਸਿਰਫ ਕਿਸਾਨੀ ਤੱਕ ਸੀਮਤ ਨਾ ਰਹੇ। ਸਰਕਾਰ ਨੂੰ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਰਕਾਰ ਜਿਹੜੀ ਹੈ ਹੰਕਾਰੀ ਹੋਈ ਸਰਕਾਰ ਹੈ, ਇਹ ਬਹੁਗਿਣਤੀ ਦੇ ਨਸ਼ੇ ਵਿੱਚ ਚੂਰ ਹੈ ਔਰ ਬਹੁਗਿਣਤੀਵਾਦ ਦਾ ਫਾਇਦਾ ਚੁੱਕਦੇ ਹੋਏ ਸਾਰੇ ਵਰਗਾਂ ਦੇ ਉੱਤੇ ਚੁਫੇਰੇ ਉਸਨੇ ਹਮਲੇ ਕੀਤੇ ਨੇ। ਜੇ ਇਸ ਤਰ੍ਹਾਂ ਟੁਕੜਿਆਂ 'ਚ ਲੜਾਈਆਂ ਲੜਦੇ ਰਹੇ ਤਾਂ ਸ਼ਕਤੀ ਜਿਹੜੀ ਹੈ ਜ਼ਾਇਆ ਹੋਏਗੀ। ਜਿਹੜੀ ਚੰਗੀ ਗੱਲ ਇਹ ਹੋਈ ਹੈ ਕਿ ਪੰਜਾਬ ਵਿੱਚ ਜਿਵੇਂ ਨੌਜਵਾਨ ਮੁਹਰੇ ਹੋਏ ਨੇ, ਜਿਹੜੀ ਲੰਬੇ ਸਮੇਂ ਤੋਂ ਮਨਹੂਸ ਖਬਰਾਂ ਆ ਰਹੀ ਸੀ ਕਿ ਪੰਜਾਬ ਨੌਜਵਾਨ ਨਸ਼ਿਆਂ 'ਚ ਪੈ ਗਏ, ਖੁਦਕੁਸ਼ੀਆਂ ਦਾ ਦੌਰ ਚੱਲ ਰਿਹਾ ਕਿਸਾਨਾਂ ਦਾ। ਅੱਜ ਖੁਦਕੁਸ਼ੀਆਂ ਦੀ ਥਾਂ ਤੇ ਕਿਸਾਨ ਸੰਘਰਸ਼ ਦੇ ਰਾਹ ਪੈ ਗਿਆ। ਅੱਜ ਉੱਥੇ ਨਸ਼ਿਆਂ ਦੀ ਥਾਂ ਤੇ ਨੌਜਵਾਨ ਸੰਘਰਸ਼ ਦੇ ਰਾਹ ਪੈ ਗਏ ਨੇ। ਇਹ ਕੁਝ ਚੰਗੀਆਂ ਗੱਲਾਂ ਵੀ ਨੇ, ਚੰਗੇ ਸੰਕੇਤ ਵੀ ਨੇ। ਸਾਨੂੰ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਇਹਦੇ ਲਈ ਸਾਡੀ ਜਿਹੜੀ ਯੋਗ ਲੀਡਰਸ਼ਿਪ ਹੈ ਉਹ ਉਸ ਦੇ ਬਾਰੇ ਸੋਚੇ ਜੀ। ਤੇ ਨਾਲ ਹੀ ਨਾਲ ਮੈਂ ਇੱਥੇ ਜਿਹੜੀ ਸਿਆਸਤ ਹੈਗੀ ਹੈ ਉਸ ਬਾਬਤ ਵੀ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਜਿਹੜਾ ਇਹੀ ਹੁਣ ਅਸੀਂ ਦੇਖਣਾ ਹੋਵੇ ਤੇ ਇਹ ਸਵਾਲ ਵੀ ਬਹੁਤ ਉੱਠ ਰਹੇ ਆ ਵੀ ਗੱਲ ਜਿਹੜੇ ਪੰਜਾਬ ਦੇ ਲੋਕ ਆ ਉਹ ਤੇ ਦਿੱਲੀ ਵੱਲ ਨੂੰ ਮੂੰਹ ਕਰਕੇ ਬੈਠੇ ਆ ਜਾਂ ਇਹ ਦੇਖ ਰਹੇ ਆ ਵੀ ਅਸੀਂ ਦਿੱਲੀ ਨੂੰ ਜਾਂ ਦਿੱਲੀ ਦੀ ਜਿਹੜੀ ਸਰਕਾਰ ਹੈ, ਮੋਦੀ ਸਰਕਾਰ ਨੂੰ ਅਸੀਂ ਪ੍ਰੈਸ਼ਰਾਈਜ਼ ਕਿਵੇਂ ਕਰੀਏ, ਉਹਨਾਂ ਤੇ ਪ੍ਰੈਸ਼ਰ ਕਿਵੇਂ ਬਿਲਡ ਕਰੀਏ। ਤੇ ਦੂਜੇ ਪਾਸੇ ਜਦੋਂ ਅਸੀਂ ਸੁਖਬੀਰ ਬਾਦਲ ਦੇ ਕੱਢੀ ਆਪਣੀ ਮਾਰਚ ਕੱਢਿਆ, ਉਹ ਚੰਡੀਗੜ੍ਹ ਤੱਕ ਕੱਢਿਆ ਉਹਨਾਂ ਨੇ। ਹੁਣ ਰਾਹੁਲ ਗਾਂਧੀ ਆਏ ਆ, ਉਹ ਦਿੱਲੀ ਛੱਡ ਕੇ ਪੰਜਾਬ ਦੇ ਵਿੱਚ ਆ ਗਏ ਆ, ਉਹਨਾਂ ਨੇ ਆਪਣੀਆਂ ਮੋਗੇ ਰੈਲੀ ਕੀਤੀ ਹੈ ਤੇ ਹੁਣ ਮਾਰਚ ਕੱਢ ਰਹੇ ਆ, ਟਰੈਕਟਰ ਰੈਲੀ ਕੱਢ ਰਹੇ ਆ। ਉਹ ਪੰਜਾਬ ਫੋਕਸਡ ਗੱਲ ਹੋ ਗਈ ਵੀ ਇਹ ਜਿਹੜੀ ਸਿਆਸਤ ਹੈ ਇਹ ਹੋਰ ਡਾਇਰੈਕਸ਼ਨ 'ਚ ਜਾਂਦੀ ਨਹੀਂ ਨਜ਼ਰ ਆਉਂਦੀ। ਅਮਰਵੀਰ ਸਿੰਘ ਜੀ, ਆਪਾਂ ਬੜੀ ਸਿੱਧੀ ਗੱਲ ਕਰੀਏ। ਦੇਖੋ ਗੱਲ ਇਸ ਤਰ੍ਹਾਂ, ਜਿਵੇਂ ਸੀਏ ਦਾ ਮੁੱਦਾ ਉੱਠਿਆ ਸੀਗਾ, ਜਦੋਂ ਲੋਕਾਂ ਨੇ ਉਸ ਮੁੱਦੇ ਨੂੰ ਆਪਣੇ ਹੱਥ ਲੈ ਲਿਆ ਤਾਂ ਸਿਆਸੀ ਪਾਰਟੀ ਦੀ ਮਜਬੂਰੀ ਬਣ ਗਈ ਕਿ ਕਿਸੇ ਨਾ ਕਿਸੇ ਨੂੰ ਬਿਆਨ ਦੇਣੇ ਪਏ ਉਸ ਦੇ ਖਿਲਾਫ। ਨਹੀਂ ਤਾਂ ਉਸ ਤੋਂ ਪਹਿਲਾਂ ਜਦੋਂ ਅਯੋਧਿਆ ਦਾ ਫੈਸਲਾ ਆਇਆ, ਕਸ਼ਮੀਰ 'ਚ ਸਰਕਾਰ ਨੇ ਭਵਿੱਖ ਤੈਅ ਕੀਤਾ, ਸਰਕਾਰ ਨੱਚੜੀ ਹੋਈ ਸੀ। ਸਰਕਾਰ ਨੂੰ ਤਾਂ ਅਸੀਂ ਜੋ ਮਰਜ਼ੀ ਕਰੀ ਚੱਲੀਏ, ਸਾਡੀ ਹਰ ਇੱਕ ਕੋਈ ਸੁਣੂਗਾ। ਔਰ ਹੋਇਆ ਵੀ ਏਦਾਂ ਹੀ ਹੈ। ਕਾਂਗਰਸ ਵੀ ਉਹਨਾਂ ਦੇ ਹੱਕ 'ਚ ਭੁਗਤੀ, ਅਕਾਲੀ ਵੀ ਉਹਨਾਂ ਦੇ ਹੱਕ 'ਚ ਭੁਗਤੇ। ਸੀਏ ਵੇਲੇ ਜਦੋਂ ਲੋਕਾਂ ਨੇ ਆਪ ਮੁਹਾਰੇ ਸੜਕਾਂ ਤੇ ਆਉਣਾ ਸ਼ੁਰੂ ਕਰ ਦਿੱਤਾ ਤਾਂ ਸਿਆਸੀ ਪਾਰਟੀ ਕੋਲ ਕੋਈ ਵਜ੍ਹਾ ਨਹੀਂ ਸੀ ਰਹਿ ਗਈ ਕਿ ਉਸ ਦੇ ਵਿਰੋਧ 'ਚ ਖੜੀਆਂ ਹੋਣਗੀਆਂ। ਸਿਆਸੀ ਪਾਰਟੀਆਂ ਦੇ ਬਾਰੇ ਤਾਂ ਆਪਾਂ ਗੱਲ ਹੀ ਨਾ ਕਰੀਏ। ਸਿਆਸੀ ਪਾਰਟੀਆਂ ਆਪਣੀ ਵਾਜਬੀਅਤ ਗਵਾ ਚੁੱਕੀਆਂ ਨੇ। ਉਹਨਾਂ ਨੇ ਸਿਵਾਏ ਸਿਆਸਤ ਖੇਡਣ ਨੇ ਕੁਝ ਨਹੀਂ ਕੀਤਾ। ਜਿਹੜਾ ਗ੍ਰਾਸ ਰੂਟਸ ਤੋਂ ਵਿਰੋਧ ਉੱਠ ਕੇ ਆ ਰਿਹਾ ਉਹ ਇੱਕ ਚੰਗੇ ਭਵਿੱਖ ਦੀ ਆਸ ਹੈ। ਜਿਹੜਾ ਲੋਕਾਂ ਵੱਲੋਂ ਆਪ ਮੁਹਾਰੇ ਇਕੱਠ ਹੋ ਰਹੇ ਨੇ, ਉਹ ਜਿਹੜੀ ਸ਼ਕਤੀ ਹੈ ਲੋਕਾਂ ਦੀ, ਉਹ ਸ਼ਾਇਦ ਕੋਈ ਨਵਾਂ ਭਵਿੱਖ ਤੈਅ ਕਰੇ। ਪਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਸਿਰਫ ਝੂਠ ਦਾ ਪੁਲੰਦਾ ਨੇ। ਉਹਦਾ ਕਾਰਨ ਇਹ ਕਿ ਜਿਹੜੇ ਅੱਜ ਆਰਡੀਨੈਂਸ ਪਾਸ ਕੀਤੇ ਮੋਦੀ ਨੇ, ਚਾਹੇ ਜੋ ਮਰਜ਼ੀ ਕਹੋ, ਜੋ ਕਿਸਾਨੀ ਦੇ ਉੱਤੇ ਜਿਹੜਾ ਕੁਹਾੜਾ ਚੱਲ ਰਿਹਾ, ਇਸ ਦੇ ਲਈ ਇਕੱਲਾ ਮੋਦੀ ਕਸੂਰਵਾਰ ਨਹੀਂਗਾ। ਇਸ ਦੇ ਲਈ ਜ਼ਮੀਨ ਮਨਮੋਹਨ ਸਿੰਘ ਸਰਕਾਰ ਵੇਲੇ ਦੀ ਤਿਆਰ ਹੋਈ ਹੈ। ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ। ਅਰੁੰਧਤੀ ਰॉय ਨੇ ਇੱਕ ਬਹੁਤ ਕਮਾਲ ਦੇ ਇੱਕ ਨਿਬੰਧ 'ਚ ਇਸ ਗੱਲ ਦਾ ਜ਼ਿਕਰ ਕੀਤਾ ਔਰ ਬਾਰ-ਬਾਰ ਉਹ ਸਟੇਜਾਂ ਤੋਂ ਵੀ ਕਰਦੀ ਆ ਰਹੀ ਹੈ। 1999 'ਚ 2 ਤਾਲੇ ਖੁੱਲੇ ਸੀਗੇ, 2 ਜਿੰਦੇ ਖੁੱਲੇ ਸੀ। ਇੱਕ ਕਿਹੜਾ ਸੀਗਾ ਰਾਮ ਮੰਦਿਰ ਦਾ, ਜਿਹੜਾ ਰਾਜੀਵ ਗਾਂਧੀ ਨੇ ਖੋਲਿਆ ਤਾਂ ਜੋ ਉੱਥੇ ਭਜਨ ਕੀਰਤਨ ਹੋ ਸਕੇ, ਔਰ ਉਸਨੇ ਅੱਗੇ ਬਾਬਰੀ ਮਸਜਿਦ ਦੇ ਢਾਉਣ ਲਈ ਜ਼ਮੀਨ ਤਿਆਰ ਕੀਤੀ। ਉਸੇ ਰਾਜੀਵ ਗਾਂਧੀ ਸਰਕਾਰ ਵੇਲੇ ਨਿਊ ਲਿਬਰਲਿਜ਼ਮ ਦਾ ਹੀਰਾ ਵੀ ਆਇਆ, ਜਿਹਨੇ ਕਿਸਾਨੀਆਂ ਦੀ ਸਬਸਿਡੀਆਂ ਹੋਣ ਤੱਕ ਦੀ ਗੱਲ ਕੀਤੀ ਹੈ। ਸੋ ਇਹ ਕਵਾਇਤ ਉਦੋਂ ਤੋਂ ਚੱਲਦੀ ਆ ਰਹੀ ਹੈ ਤੇ ਸਾਰੀਆਂ ਪਾਰਟੀਆਂ ਵਿੰਗੇ ਟੇਢੇ ਢੰਗ ਨਾਲ ਇਸ ਕਿਸਮ ਦੇ ਪ੍ਰਬੰਧ ਲਈ ਕਸੂਰਵਾਰ ਨੇ। ਤੁਸੀਂ ਵੇਖੋ ਕਿ ਇਹੀ ਸੁਖਬੀਰ ਸਿੰਘ ਬਾਦਲ ਅੱਜ ਜੋ ਮਰਜ਼ੀ ਮੋਰਚੇ ਕੱਢੀ ਜਾਣ, ਪਰ ਪ੍ਰਾਈਵੇਟ ਜਿਹੜੀ ਓਨਰਸ਼ਿਪ ਹੈ ਉਹਦੇ ਪੈਰ ਵੀ ਪੰਜਾਬ 'ਚ ਇਹਨਾਂ ਲੋਕਾਂ ਨੇ ਲਾਏ ਨੇ। ਸੋ ਮੇਰਾ ਮਤਲਬ ਕਹਿੰਦਾ ਕਿ ਜਿਹੜਾ ਸਾਰਾ ਅਰਥਚਾਰਾ ਹੈ, ਜਿਸ ਦੇ ਨਾਲ ਕਿਸਾਨੀ ਦੇ ਇੱਕ ਖਾਸ ਹਿੱਤ ਬੱਝੇ ਹੋਏ ਨੇ, ਕਿਉਂਕਿ ਭਾਰਤ ਵਿੱਚ ਜਿਹੜਾ ਮੁੱਖ ਤੌਰ ਤੇ ਜਿਹੜਾ ਮੁਲਕ ਪਿੰਡਾਂ 'ਚ ਵਸਦਾ ਹੋਵੇ, ਜਿੱਥੇ ਕਿਸਾਨੀ ਰੀੜ੍ਹ ਦੀ ਹੱਡੀ ਹੋਵੇ, ਉੱਥੇ ਤੁਸੀਂ ਇਹੋ ਜਿਹੀਆਂ ਪਾਲਿਸੀਆਂ ਲੰਮੇ ਸਮੇਂ ਤੋਂ ਲਿਆ ਰਹੇ ਹੋ ਉਦਾਰੀ ਕਰਨ ਦੀਆਂ, ਜਿਹਦੇ ਕਰਕੇ ਕਿਸਾਨਾਂ ਦੀ ਜਿਹੜੀਆਂ ਹਾਲਤਾਂ ਮਾੜੀਆਂ ਹੋਈਆਂ ਨੇ। ਕਿਸਾਨ ਤਾਂ ਫਾਹੇ ਉਦੋਂ ਵੀ ਲੈ ਰਹੇ ਸੀ, ਕਾਂਗਰਸ ਦੀ ਸਰਕਾਰ ਸੀਗੀ ਜੀ, ਬਾਦਲ ਵੇਲੇ ਵੀ ਇਹੀ ਕੁਝ ਚੱਲਦਾ ਰਿਹਾ। ਸੋ ਮੇਰਾ ਮਤਲਬ ਕਹਿੰਦਾ ਇਹ ਸਿਰਫ ਤੇ ਸਿਰਫ ਇੱਕ ਵਿਰੋਧ ਦੀ ਸਿਆਸਤ ਹੈ ਕਿ ਦੇਖ ਰਹੇ ਕਿ ਲੋਕਾਂ ਵਿੱਚ ਰੋਹ ਹੈ ਤਾਂ ਅਸੀਂ ਆਪਣੀ ਹਾਜ਼ਰੀ ਲਵਾਉਣੀ ਹੈ। ਹਾਜ਼ਰੀ ਲਵਾਉਣ ਦੀ ਸਿਆਸਤ ਹੈ। ਇਸ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂਗਾ। ਲੋਕੀ ਇਹਨਾਂ ਦੀ ਗਿਮਿਕਰੀ ਹੈ, ਇਹਨਾਂ ਦੇ ਵਿਖਾਵੇ ਦੀ ਸਿਆਸਤ ਵੱਲ ਧਿਆਨ ਦੇਣ ਦੀ ਥਾਂ ਤੇ ਇਹ ਵੇਖਣ ਕਿ ਇਹ ਲੜਾਈ ਜਿਹੜੀ ਹੈ ਕਿਸ ਰੂਪ 'ਚ ਲੜੀ ਜਾਵੇ। ਇਹ ਲੋਕਾਂ ਵੱਲੋਂ ਹੀ ਇਨੀਸ਼ੀਏਟਿਵ ਜੇ ਕੋਈ ਲੈ ਸਕੇ ਤਾਂ ਉਹੀ ਸ਼ਾਇਦ ਚੰਗਾ ਰਹੇਗਾ। ਜੀ ਬਿਲਕੁਲ। ਇਨ ਟੋਟਲ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਵੀ ਇਹਨੂੰ ਪਿਛਲੀਆਂ ਘੜੀਆਂ ਦੇ ਨਾਲ ਜੋੜ ਕੇ ਦੇਖਣ ਦੀ ਲੋੜ ਹੈ ਤੇ ਤਾਂ ਹੀ ਜਿਹੜਾ ਇਹ ਸੰਘਰਸ਼ ਹੈ ਅੱਗੇ ਤੋਰਿਆ ਜਾ ਸਕਦਾ ਜਾਂ ਉਹਦੇ ਚੋਂ ਕੁਝ ਕੱਢਿਆ ਜਾ ਸਕਦਾ। ਪਰ ਇੱਥੇ ਇਹ ਵੀ ਸਵਾਲ ਉੱਠਦਾ ਜਿਵੇਂ ਅਸੀਂ ਕਾਨੂੰਨੀ ਤੌਰ ਤੇ ਲੜਾਈ ਲੜਨ ਦੀ ਗੱਲ ਕਰਦੇ ਹਾਂ। ਹੁਣ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਦੇ ਵਿੱਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਵੱਲੋਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਹੈ ਤੇ ਦੂਜੇ ਪਾਸੇ ਇਹ ਜਿਹੜਾ ਸਾਰਾ ਪ੍ਰੈਸ਼ਰ ਬਿਲਡ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ, ਇਹ 2-3 ਵਾਰੀ ਹਾਲਾਂਕਿ ਉਹ ਕਹਿ ਚੁੱਕੇ ਆ ਕਿ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਵਾਂਗੇ, ਇਹ ਸਾਰੇ ਪਾਰਟ ਨੂੰ ਕੰਡੈਮ ਕਰਦੇ ਆ ਜਾਂ ਨਲ ਐਂਡ ਵੋਇਡ ਕਰਦੇ ਆ। ਸੋ ਇਹ ਜਿਹੜੀਆਂ ਆਪਸ਼ਨਸ ਨੇ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਜਾਂ ਪੰਜਾਬ ਅਸੈਂਬਲੀ ਦੇ ਰਾਹੀਂ ਕੋਈ ਇੱਦਾਂ ਦਾ ਮਤਾ ਲੈ ਕੇ ਆਉਣਾ, ਇਹਦੇ ਤੋਂ ਹਾਲ ਦੀ ਘੜੀ
ਕੀ ਆਸ ਕੀਤੀ ਜਾ ਸਕਦੀ ਹੈ ਜਾਂ ਕਿੰਨਾ ਕੁ ਰਿਲੀਫ ਪੰਜਾਬ ਦੇ ਕਿਸਾਨਾਂ ਨੂੰ ਮਿਲ ਸਕਦਾ ਹੈ? ਬਹੁਤੀ ਆਸ ਨਹੀਂ ਕੀਤੀ ਜਾ ਸਕਦੀ ਅਮਰਵੀਰ ਜੀ। ਪਹਿਲੀ ਗੱਲ ਤਾਂ ਅਮਰਿੰਦਰ ਸਿੰਘ ਵੀ ਡਰਾਮੇ ਕਰ ਰਿਹਾ, ਕਿਉਂਕਿ ਅਮਰਿੰਦਰ ਸਿੰਘ ਨੂੰ ਜੇ ਪੁੱਛਣ ਵਾਲਾ ਕੋਈ ਹੋਵੇ, ਕਾਂਗਰਸ ਦੇ ਮੈਨੀਫੈਸਟੋ ਉੱਥੋਂ ਦੇ ਲੋਕ ਦੱਸਦੇ ਨੇ, ਉਹਨਾਂ ਦੇ ਦੱਸਣ ਮੁਤਾਬਕ ਉਹਦੇ ਵਿੱਚ ਜਿਹੜਾ ਇਹ ਕੀਤਾ ਗਿਆ ਇੱਕ ਆਰਡੀਨੈਂਸ ਦੀ ਇਹ ਵੀ ਮੱਦ ਹੈ ਕਿ ਜਿਹੜੇ ਕਿਸਾਨ ਨੇ ਆਪਣੀ ਕੋਈ ਸਰਕਾਰੀ ਮੰਡੀ ਨਹੀਂ ਹੋਏਗੀ, ਫ੍ਰੀ ਮਾਰਕੀਟ ਜਾ ਕੇ ਆਪਣੀ ਜਿਹੜੀ ਪੈਦਾਵਾਰ ਉਸ ਨੂੰ ਵੇਚ ਸਕਦੇ, ਆਪਣੀ ਏਜੰਟਾਂ ਵੇਚ ਸਕਦੇ ਨੇ। ਸੋ ਸਵਾਲ ਇਹ ਉੱਠਦਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨੇ ਆਪਣੇ ਹੱਥ ਪਿੱਛੇ ਖਿੱਚਣਾ ਸੀਗਾ, ਤਿਆਰੀ ਚੱਲਦੀ ਸੀ ਬੜੇ ਚਿਰ ਤੋਂ, ਕਾਂਗਰਸ ਉਸ ਲਈ ਕਸੂਰਵਾਰ ਹੈ। ਅੱਜ ਸਿਰਫ ਕਿਸਾਨਾਂ ਦੇ ਮੂੰਹ ਚੋਪੜਨ ਲਈ, ਪੰਜਾਬ 'ਚ ਆਪਣੇ ਪੈਰ ਪੱਕੇ ਰੱਖਣ ਲਈ ਉਹਨਾਂ ਨੂੰ ਕੁਝ ਨਾ ਕੁਝ ਕਹਿਣਾ ਪੈ ਰਿਹਾ, ਪਰ ਉਹ ਵੀ ਜਾਣਦੇ ਨੇ, ਕੇਂਦਰ ਵੀ ਜਾਣਦਾ ਕਿ ਕਿੱਥੇ ਗੱਲ ਖੜੀ ਹੈ। ਮਸਲਾ ਤਾਂ ਉੱਥੇ ਘੁੰਮ ਫਿਰ ਕੇ ਆ ਗਿਆ ਕਿ ਫੈਡਰਲ ਢਾਂਚੇ ਨੂੰ ਜਦੋਂ ਤੱਕ ਉਸਾਰਿਆ ਨਹੀਂ ਜਾਂਦਾ ਉੱਥੇ, ਉਦੋਂ ਤੱਕ ਇਹ ਸਮੱਸਿਆਵਾਂ ਰਹਿਣੀਆਂ। ਹੁਣ ਪੰਜਾਬ ਦੇ ਵਿੱਚ ਸਾਰੇ ਪੰਜਾਬ ਨੂੰ ਤੁਸੀਂ ਕੰਗਾਲ ਕਰਤਾ। ਕਿਸਾਨੀ ਸਿਰਫ 2 ਫਸਲਾਂ ਬੀਜਣ ਜੋਗੀ ਰਹਿ ਗਈ ਪੰਜਾਬ ਦੇ ਵਿੱਚ। ਇੱਕ ਫਸਲ ਇਹੋ ਜਿਹੀ ਹੈ ਜਿਹੜੀ ਤਾਂ ਪੰਜਾਬ ਦੇ ਲੋਕ ਨਹੀਂ ਖਾਂਦੇ ਵੀ ਹੈ ਨਹੀਂ, ਵਰਤਦੇ ਵੀ ਹੈ ਨਹੀਂ, ਜਿਹੜੀ ਬਾਹਰਲੇ ਸੂਬੇ ਉਸ ਤੇ ਨਿਰਭਰ ਨੇ। ਮੇਰਾ ਮਤਲਬ ਮੈਂ ਝੋਨੇ ਤੇ ਚੌਲ ਦੀ ਗੱਲ ਕਰਦਾ ਇਸ ਵੇਲੇ। ਹੁਣ ਉੱਥੇ ਉਸਦੇ ਚੱਕਰ 'ਚ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਹੋਰ ਵੀ ਹੇਠਾਂ ਚਲਾ ਗਿਆ। ਜੋ ਹਾਲਾਤ ਉੱਥੇ ਬਣੇ ਹੋਏ ਆ ਉਸਨੂੰ ਸਹੀ ਢੰਗ ਨਾਲ ਸਮਝਣਾ ਪਊਗਾ, ਔਰ ਉਸਦੇ ਲਈ ਜ਼ਿੰਮੇਵਾਰੀ ਕੇਂਦਰ ਦੀ ਵੀ ਬਣਦੀ ਹੈ। ਇਕੱਲਾ ਪੰਜਾਬ ਵਿਧਾਨ ਸਭਾ ਵੀ ਕਿਹੜੀ ਗੱਲੋਂ ਮਤਲਬ ਇਸ ਕਿਸਮ ਦੇ ਉਪਰਾਲੇ ਕਰੇ, ਉਹ ਵੀ ਸਿੰਬੋਲਿਕ ਹੋ ਨਿਬੜਨਗੇ ਜਦੋਂ ਉਹ ਕੋਈ ਫੈਸਲਾ ਲੈਣਗੇ ਵੀ। ਜੇ ਕੇਂਦਰ ਦੇ ਗੂਠੇ ਥੱਲੇ ਸਾਰਾ ਕੁਝ ਰਹੂਗਾ ਤਾਂ ਪੰਜਾਬ ਵੀ ਕੀ ਬਹੁਤਾ ਕੁਝ ਕਰ ਸਕਦਾ। ਸੋ ਇਹ ਗੱਲਾਂ ਵਿਚਾਰਨ ਵਾਲੀਆਂ ਨੇ ਕਿ ਸਿਆਸੀ ਪਾਰਟੀਆਂ ਦੀ ਜਿਹੜੀਆਂ ਗੱਲਾਂ ਨੇ, ਬਿਆਨਬਾਜ਼ੀਆਂ ਨੇ, ਕੀ ਇੱਥੇ ਆਪਾਂ ਵਿਸ਼ਵਾਸ ਕਰ ਸਕਦੇ ਹਾਂ? ਜੇ ਤੁਹਾਡੇ ਮੈਨੀਫੈਸਟੋ ਖੁਦ ਕਹਿ ਰਹੇ ਨੇ ਕਿ ਅਸੀਂ ਫ੍ਰੀ ਮਾਰਕੀਟ ਲਿਆਉਣੀ ਆ, ਅਸੀਂ ਮੰਡੀ ਖਤਮ ਕਰ ਦੇਣੀ ਆ, ਜਾਂ ਸਰਕਾਰੀ ਖਰੀਦ ਏਜੰਸੀਆਂ ਦਾ ਰੋਲ ਹੀ ਮੁਕਾ ਦੇਣਾ, ਜਾਂ ਹੱਥ ਪਿੱਛੇ ਖਿੱਚ ਲੈਣਾ, ਤਾਂ ਫਿਰ ਇਕੱਲੇ ਮੋਦੀ ਨੂੰ ਕਿਹੜੀ ਗੱਲੋਂ ਦੋਸ਼ ਦਿੱਤਾ ਜਾ ਰਿਹਾ? ਸੋ ਮੇਰਾ ਮਤਲਬ ਕਹਿੰਦਾ ਜਿਹੜਾ ਲੋਕਾਂ ਵੱਲੋਂ ਆਪ ਮੁਹਾਰੇ ਵਿਰੋਧ ਉੱਠਿਆ, ਉਸਨੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਾਰਟੀਆਂ ਨੂੰ ਪਾ ਦਿੱਤੀ ਹੋਈ ਹੈ। ਹੁਣ ਪਾਰਟੀਆਂ ਨੂੰ ਇਸ ਚੋਂ ਮਨਫੀ ਕਰਕੇ ਸਿਰਫ ਇਹ ਸੋਚਿਆ ਜਾਵੇ ਕਿ ਸਮੁੱਚੀ ਲੁਕਾਈ ਲਈ ਸਹੀ ਰਾਹ ਕਿਹੜਾ, ਔਰ ਸੰਘਰਸ਼ ਦੀ ਜਿਹੜਾ ਸੰਘਰਸ਼ ਦੀ ਜਿਹੜੀ ਡਾਇਰੈਕਸ਼ਨ ਹੈ, ਦਿਸ਼ਾ ਹੈ, ਉਹ ਕਿਹੋ ਜਿਹੀ ਹੋਵੇ। ਜੀ, ਨਾਲ ਹੀ ਨਾਲ ਮੈਂ ਸੁਪਰੀਮ ਕੋਰਟ ਬਾਬਤ ਵੀ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ, ਪਰ ਇੱਥੇ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ, ਸਕਰੀਨ ਦੇ ਉੱਤੇ ਤੁਹਾਡੇ ਨੰਬਰ ਆ ਗਿਆ। ਅਸੀਂ ਕਾਲਸ ਜਿਹੜੀਆਂ ਨੇ, ਤੁਸੀਂ ਆਪਣੇ ਜਿਹੜੇ ਵਿਚਾਰ ਨੇ ਜਾਂ ਸਵਾਲ ਨੇ ਸਾਡੇ ਤੱਕ ਪੁੱਜਦੇ ਕਰ ਸਕਦੇ ਹੋ। 5166191984 ਇਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਡਾਇਰੈਕਟ ਕਾਲ ਕਰ ਸਕਦੇ ਹੋ, ਜਾਂ WhatsApp ਰਾਹੀਂ ਸਾਡੇ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ ਇਸ ਸ਼ੋਅ ਦੇ ਦੌਰਾਨ। ਸੋ ਅਸੀਂ ਜਿਹੜੀਆਂ ਨੇ ਤੁਹਾਡੀਆਂ ਕਾਲਾਂ ਦਾ ਵੀ ਇੰਤਜ਼ਾਰ ਕਰਦੇ ਹਾਂ। ਪਰ ਗੁਰਪ੍ਰੀਤ ਸਿੰਘ ਜੀ, ਇੱਥੇ ਜਿਵੇਂ ਜ਼ਿਕਰ ਹੋਇਆ ਸੁਪਰੀਮ ਕੋਰਟ ਬਾਬਤ ਵੀ, ਕੀ ਸਮਝਦੇ ਹੋ ਕਿ ਸੁਪਰੀਮ ਕੋਰਟ ਤੋਂ, ਕਿਉਂਕਿ ਜਦੋਂ ਇਹ ਸਾਰੇ ਪਾਰਟ ਦਾ ਅਸੀਂ ਜ਼ਿਕਰ ਕਰਦੇ ਹਾਂ ਤੇ ਇਹ ਗੱਲ ਆਉਂਦੀ ਹੈ ਸਾਹਮਣੇ ਕਿ ਸੰਵਿਧਾਨ ਦੇ ਮੁਤਾਬਕ ਇਹ ਜਿਹੜਾ ਕਿਸਾਨੀ ਦਾ ਸਬਜੈਕਟ ਹੈ ਇਹ ਇੱਕ ਸਟੇਟ ਸਬਜੈਕਟ ਹੈ, ਤੇ ਕਾਨੂੰਨ ਇਸ ਇਸ਼ੂ ਦੇ ਉੱਤੇ ਕੇਂਦਰ ਵੱਲੋਂ ਬਣਾਉਣਾ ਉਹ ਆਪਣੇ ਆਪ ਦੇ ਤੌਰ ਦੇ ਵਿੱਚ ਹੀ ਗੈਰ ਸੰਵਿਧਾਨਿਕ ਹੈ। ਜੇ ਇਸ ਪੁਆਇੰਟ ਨੂੰ ਲੈ ਕੇ ਕੋਈ ਇਸ ਮੁਹਿੰਮ ਦੇ ਵਿੱਚ ਜਾਂ ਜਿਹੜੀ ਇਹ ਵਿਰੋਧ ਪ੍ਰਦਰਸ਼ਨ ਹੋ ਰਹੇ ਆ, ਕੋਈ ਡਾਇਰੈਕਸ਼ਨ ਇਸ ਕਿਸਮ ਦੀ ਦਿੱਤੀ ਜਾਂਦੀ ਹੈ ਸੁਪਰੀਮ ਕੋਰਟ ਰਾਹੀਂ ਜਾਂ ਕੋਈ ਹੋਰ ਜਿਹੜੇ ਕਾਨੂੰਨੀ ਰਾਹ ਨੇ ਉਹਨਾਂ ਰਾਹੀਂ, ਤੇ ਕੀ ਅਸੀਂ ਸਮਝਦੇ ਹਾਂ ਵੀ ਉਸ ਸਿਸਟਮ ਦੇ ਵਿੱਚ ਜਿਹੜਾ ਇਸ ਵਕਤ ਮੋਦੀ ਹਕੂਮਤ ਇਸ ਲੈਵਲ ਤੱਕ ਪਾਵਰਫੁਲ ਹੋ ਚੁੱਕੀ ਹੈ, ਉਸ ਦੇ ਵਿੱਚ ਕੋਈ ਜਿਹੜਾ ਹੈ ਹੱਲ ਦੀ ਉਮੀਦ ਕੀਤੀ ਜਾ ਸਕਦੀ ਹੈ? ਦੇਖੋ, ਸੁਪਰੀਮ ਕੋਰਟ ਇੱਕ ਇਹੋ ਜਿਹਾ ਇੱਕ ਸੰਸਥਾ ਬਣ ਕੇ ਰਹਿ ਗਈ ਕਿ ਜਿਹੜਾ ਹੁਣ ਇੱਕ ਤਰੀਕੇ ਦਾ ਆਸਰਾ, ਅਖੀਰਲਾ ਆਸਰਾ ਹੀ ਹੈ ਲੋਕਾਂ ਦੇ ਵਾਸਤੇ। ਪਰ ਸੁਪਰੀਮ ਕੋਰਟ ਦੇ ਵੀ ਅੱਖਾਂ ਵਿੱਚ ਕੇ ਵਿਸ਼ਵਾਸ ਕਰਨਾ ਔਖਾ ਹੋ ਗਿਆ, ਕਿਉਂਕਿ ਸੁਪਰੀਮ ਕੋਰਟ ਵਿੱਚ ਵੀ ਇਹੋ ਜਿਹੇ ਜੱਜਾਂ ਦੀ ਘੁਸਪੈਠ ਕਰਵਾਈ ਗਈ ਹੈ ਜਿਨ੍ਹਾਂ ਦੇ ਅੱਖਾਂ ਤੇ ਭਗਵਾ ਲੈਂਸ ਚੜਿਆ ਹੋਇਆ। ਸੋ ਮਤਲਬ ਇੱਕ ਨਾ ਉਮੀਦੀ ਵਾਲਾ ਆਲਮ ਹੈ, ਪਰ ਐਟ ਦ ਸੇਮ ਟਾਈਮ ਜਿਹੜਾ ਕੋਈ ਵਰਗ ਜਿਹੜੀ ਲੜਾਈ ਲੜ ਰਿਹਾ, ਕਾਨੂੰਨੀ ਚਾਰਾਗੋਈ ਕਰ ਰਿਹਾ, ਉਹਦੇ ਕੋਲ ਹੋਰ ਰਸਤਾ ਹੈ ਵੀ ਕਿਹੜਾ? ਜੀ। ਸੋ ਇਸ ਕਰਕੇ 50-50 ਹੈ ਸਾਰਾ ਕੁਝ। ਇਸ ਦੇ ਬਾਰੇ ਦਾਅਵੇ ਨਾਲ ਵੀ ਕੁਝ ਕਹਿਣਾ ਔਖਾ ਹੈ। ਜਦੋਂ ਤੱਕ ਸੁਪਰੀਮ ਕੋਰਟ ਸੱਚਮੁੱਚ ਕੋਈ ਝਾੜ ਨਹੀਂ ਪਾਉਂਦਾ ਸਰਕਾਰ ਨੂੰ, ਜਾਂ ਸੁਪਰੀਮ ਕੋਰਟ ਦਖਲ ਨਹੀਂ ਦਿੰਦੀ, ਜਾਂ ਸੁਪਰੀਮ ਕੋਰਟ ਸਰਕਾਰ ਦੇ ਦਬਾਅ ਨਹੀਂ ਪਾਉਂਦੀ ਕਿ ਇਸ ਤੇ ਮੁੜ ਵਿਚਾਰ ਹੋਵੇ, ਉਦੋਂ ਤੱਕ ਸਮੇਂ ਤੋਂ ਪਹਿਲਾਂ ਕਿਸੇ ਕਿਸਮ ਦੀ ਭਵਿੱਖਬਾਣੀ ਕਰਨੀ ਬਹੁਤ ਜ਼ਿਆਦਾ ਔਖੀ ਹੈ। ਜਿਹੜੇ ਕਈ ਕਿਸਮ ਦੇ ਸਮਝੌਤੇ ਜਿਹੜੇ ਹੋਏ ਨੇ ਕੇਂਦਰ ਵਿੱਚ ਜਾਂ ਸੂਬਿਆਂ ਦੇ ਵਿੱਚ, ਉਸ ਵਿੱਚ ਕੀ ਕੁਝ ਹੋਇਆ, ਕੀ ਕੁਝ ਨਹੀਂ ਹੋਇਆ, ਕਿੰਨੀ ਕੁ ਭੇਲੀ ਜਿਹੜੀ ਬੁੱਕਲ 'ਚ ਭੰਦੀ ਗਈ ਹੈ, ਇਹ ਤਾਂ ਹੁਣ ਉਦੋਂ ਪਤਾ ਲੱਗੂਗਾ ਜਦੋਂ ਸਾਰੇ ਤੱਥ ਸਾਹਮਣੇ ਆਉਣਗੇ। ਹੁਣ ਇਸ ਕਰਕੇ ਜਿਹੜਾ ਮਸਲਾ ਜਿਸ ਕਿਸਮ ਦੇ ਜਿਹੜੇ ਪੜਾਅ ਤੇ ਪਹੁੰਚਿਆ, ਦੇਖੋ ਗੱਲ ਇਸ ਤਰ੍ਹਾਂ ਕਿ ਇਸ ਵੇਲੇ ਜਿਹੜੀ ਵਰਕਿੰਗ ਕਲਾਸ ਜਿਹਨੂੰ ਅਸੀਂ ਕਹਿੰਦੇ, ਚਾਹੇ ਉਹ ਕਿਸਾਨੀ ਹੈ, ਚਾਹੇ ਦਲਿਤ ਵਰਗ ਆ, ਚਾਹੇ ਜਿਹੜੇ ਫੈਕਟਰੀਆਂ ਦੇ ਕੰਮ ਨੇ, ਉਹਨਾਂ ਨੇ ਲੇਬਰ ਲਾਅਸ ਵਿੱਚ ਵੀ ਬੜਾ ਕੁਝ ਚੇਂਜ ਕੀਤਾ ਇਸ ਸਰਕਾਰ ਨੇ ਜੀ। ਇਹਨਾਂ ਕੋਲ ਸਿਵਾਏ ਇਸ ਵੇਲੇ ਲੜਨ ਲਈ ਹੋਰ ਕੋਈ ਰਾਹ ਨਹੀਂ ਰਿਹਾ, ਸਿਵਾਏ ਸੰਘਰਸ਼ ਤੇ ਹੋਰ ਕੋਈ ਰਾਹ ਛੱਡਿਆ ਹੀ ਨਹੀਂ ਸਰਕਾਰ ਨੇ ਜੀ। ਸੋ ਇਹ ਬਹੁਗਿਣਤੀ ਸਰਕਾਰ ਦੀਆਂ ਨਿਯਮਤਾਂ ਨੇ,
ਹੁਣ ਵੇਖੋ ਅਗਾਂਹ ਬਣਦਾ ਕੀ, ਪਰ ਸੁਪਰੀਮ ਕੋਰਟ ਦੇ ਬਾਰੇ ਮੈਂ ਇੰਨਾ ਹੀ ਕਹੂੰਗਾ ਅਮਨਵੀਰ ਸਿੰਘ ਜੀ ਕਿ ਲੋਕਾਂ ਲਈ ਅਖੀਰਲਾ ਅਸਰ ਜ਼ਰੂਰ ਹੈ, ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਸੁਪਰੀਮ ਕੋਰਟ ਸੱਚਮੁੱਚ ਲੋਕਾਂ ਦੇ ਹਿੱਤਾਂ ਦੀ ਤਰਜਮਾਨੀ ਕਰ ਸਕੇਗੀ ਮੌਜੂਦਾ ਹਾਲਾਤ ਵਿੱਚ। ਤੇ ਇੱਥੇ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਡਾਇਸਪੋਰਾ ਦੀ, ਬਾਹਰ ਬੈਠੇ ਆ ਭਾਵੇਂ ਉਹ ਯੂਕੇ ਚ ਹੋਣ ਜਾਂ ਇੱਥੇ ਅਸੀਂ ਨਾਰਥ ਅਮਰੀਕਾ ਦੇ ਵਿੱਚ ਬੈਠੇ ਆ, ਸਾਡਾ ਜਿਹੜਾ ਰੋਲ ਬਣਦਾ ਇਸ ਬਾਬਤ, ਜਿੱਥੇ ਇੱਕ ਜਾਗਰੂਕਤਾ ਹੈ, ਇਹ ਸਾਰੇ ਲੰਘੇ ਵੀਕਐਂਡ ਦੇ ਉੱਤੇ ਪ੍ਰੋਟੈਸਟ ਵੱਡੇ ਸ਼ਹਿਰਾਂ ਦੇ ਵਿੱਚ ਹੋਇਆ ਇਸ ਇਸ਼ੂ ਨੂੰ ਲੈ ਕੇ, ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਇੱਥੇ ਬੈਠਿਆਂ ਅਸੀਂ ਮਾਰਿਆ, ਸੋ ਇਹਦਾ ਪ੍ਰਭਾਵ ਵੀ ਕੀ ਪੈਂਦਾ ਤੇ ਸਾਡਾ ਰੋਲ ਇਸ ਨੂੰ ਹੋਰ ਅੱਗੇ ਵਧਾਉਣ ਦੇ ਵਿੱਚ ਕੀ ਬਣਦਾ? ਅਮਰਵੀਰ ਜੀ ਗੱਲ ਦੱਸ ਰਿਹਾ ਕਿ ਦੇਖੋ ਜਿਹੜੇ ਤਾਂ ਬਾਹਰ ਜਿਹੜੇ ਬੈਠੇ ਲੋਕ ਆ, ਇੱਕ ਅਖਲਾਕੀ ਸਵਾਲ ਵੀ ਹੈ, ਪ੍ਰੈਗਮੈਟਿਕ ਸਵਾਲ ਨਹੀਂ ਹੈ ਕਿ ਇਸ ਦਾ ਫਾਇਦਾ ਕਿੰਨਾ ਹੋਏਗਾ ਕਿੰਨਾ ਨਹੀਂ ਹੋਏਗਾ, ਇੱਕ ਮੋਰਲ ਕੁਐਸਚਨ ਵੀ, ਅਖਲਾਕੀ ਕੁਐਸਚਨ ਵੀ ਹੈ। ਹੁਣ ਭਾਰਤ ਵਿੱਚ ਪਰਿਸਥਿਤੀਆਂ ਇਹੋ ਜਿਹੀ ਬਣ ਗਈਆਂ ਕਿ ਤੁਸੀਂ ਵਿਰੋਧ ਦੀ ਆਵਾਜ਼ ਨੂੰ ਮੁਕੰਮਲ ਤੌਰ ਤੇ ਦਬਾ ਦਿੱਤਾ ਹੋਇਆ, ਜਿਹੜਾ ਵੀ ਕੋਈ ਵਿਰੋਧ ਪ੍ਰਗਟਾਉਂਦਾ ਤੁਸੀਂ ਉਸ ਨੂੰ ਦੇਸ਼ ਧਰੋਹੀ ਕਹਿ ਕੇ ਕਲੰਕਿਤ ਕਰਦੇ ਹੋ, ਫਿਰ ਉਹਨਾਂ ਦੇ ਖਿਲਾਫ UAP ਵਰਗੀ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਸਾੜਦੇ ਹੋ। ਇਹੋ ਜਿਹੇ ਹਾਲਾਤ ਵਿੱਚ ਜਿਹੜੇ ਅੱਛੇ ਅਸੀਂ ਸੁਖਾਲੇ ਮਾਹੌਲ 'ਚ ਬੈਠੇ ਆ, ਇਹ ਸਾਡਾ ਅਖਲਾਕੀ ਫਰਜ਼ ਬਣਦਾ ਕਿ ਅਸੀਂ ਆਵਾਜ਼ ਬੁਲੰਦ ਕਰੀਏ। ਸੋ ਮੈਂ ਸਮਝਦਾ ਕਿ ਅਖਲਾਕੀ ਫਰਜ਼ ਸਾਡਾ ਬਹੁਤ ਜ਼ਿਆਦਾ ਜ਼ਰੂਰੀ ਆ, ਬਜਾਏ ਅਸੀਂ ਇਸ ਗਿਣਤੀ ਮਿੰਟੀ 'ਚ ਪਈਏ ਕਿ ਇਸ ਤੋਂ ਕੀ ਲਾਭ ਹੋਣਗੇ ਕੀ ਲਾਭ ਨਹੀਂ ਹੋਣਗੇ। ਦੂਜੀ ਗੱਲ ਇਹ ਕਿ ਜਿਹੜਾ ਰੌਲਾ ਪੈਂਦਾ ਉਸਦਾ ਸਰਕਾਰ ਨੂੰ ਕਾਫੀ ਜ਼ਿਆਦਾ ਅਸਰ ਪੈਂਦਾ। ਜਦੋਂ ਅੰਤਰਰਾਸ਼ਟਰੀ ਪੱਧਰ ਤੇ ਸਰਕਾਰ ਦੀ ਜਦੋਂ ਪੋਲ ਖੁੱਲਦੀ ਹੈ, ਅੰਤਰਰਾਸ਼ਟਰੀ ਪੱਧਰ ਤੇ ਲੋਕ ਵੇਖਦੇ ਨੇ ਕਿ ਆਹ ਸੜਕਾਂ ਤੇ ਜਿਹੜੇ ਇੱਥੋਂ ਦਾ ਵੱਡਾ ਭਾਈਚਾਰਾ ਵੇਖਦਾ ਕਿ ਸੜਕਾਂ ਤੇ ਨੌਜਵਾਨ ਨਿਕਲੇ ਹੋਏ ਨੇ, ਉਹਨਾਂ ਨੇ ਗੱਡੀਆਂ ਦੇ ਵਿੱਚ ਕਾਲੀਆਂ ਝੰਡੀਆਂ ਲਾਈਆਂ ਹੋਈਆਂ ਜਾਂ ਵਿਰੋਧ ਪ੍ਰਗਟਾ ਰਹੇ ਨੇ ਜਾਂ ਇਸ਼ਤਿਹਾਰ ਵੰਡ ਰਹੇ ਨੇ, ਉਹ ਜ਼ਰੂਰ ਇਹ ਸਵਾਲ ਪੁੱਛਦੇ ਹੋਣਗੇ, ਸੋਚਦੇ ਹੋਣਗੇ ਕਿ ਸੱਚਮੁੱਚ ਭਾਰਤ ਇੱਕ ਵੱਡੀ ਲੋਕ ਜਮਹੂਰੀਅਤ ਹੈ। ਕਿਉਂਕਿ ਜਦੋਂ ਵੀ ਭਾਰਤ 'ਚ ਕੋਈ ਇਲੈਕਸ਼ਨ ਹੁੰਦੀ ਹੈ, BBC ਹੋਵੇ, CBC ਹੋਵੇ, CNN ਹੋਵੇ, ਖਬਰਾਂ ਵਿੱਚ ਹਮੇਸ਼ਾ ਇਸ ਤਰੀਕੇ ਦੀ ਪੇਸ਼ਕਾਰੀ ਹੋਊਗੀ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਚੋਣਾਂ ਹੋਈਆਂ ਤੇ ਆਹ ਫੈਸਲਾ ਲੋਕਾਂ ਨੇ ਲਿਆ। ਹੁਣ ਇਹ ਜਿਹੜਾ ਇਸ ਕਿਸਮ ਦੇ ਜਦੋਂ ਪ੍ਰੋਟੈਸਟ ਹੁੰਦੇ ਨੇ ਇੱਥੋਂ ਦੇ ਸੜਕਾਂ ਗਲੀਆਂ ਦੇ ਵਿੱਚ, ਤਾਂ ਇੱਥੋਂ ਦੇ ਵੱਡੇ ਭਾਈਚਾਰੇ ਨੂੰ ਸੋਚਣ ਲਈ ਮਜਬੂਰ ਹੋਣਾ ਪੈਣਾ ਕਿ ਸੱਚਮੁੱਚ ਭਾਰਤ ਵੱਡਾ ਲੋਕਤੰਤਰ ਹੈ ਜਾਂ ਉੱਥੇ ਤਾਨਾਸ਼ਾਹੀ ਚੱਲ ਰਹੀ ਹੈ ਲੋਕਤੰਤਰ ਦੀ ਆੜ ਵਿੱਚ। ਸੋ ਇਸ ਕਰਕੇ ਇਹ ਜੋ ਕੁਝ ਹੋ ਰਿਹਾ, ਮੈਂ ਸਮਝਦਾ ਕਿ ਚੰਗੇ ਭਵਿੱਖ ਲਈ ਹੋ ਰਿਹਾ। ਸਾਡੇ ਇੱਥੇ ਸਰੀ ਵਿੱਚ ਜਿਵੇਂ ਹੁਣ ਜਿਹੜਾ ਮੁੱਖ ਤੌਰ ਤੇ ਪ੍ਰੋਟੈਸਟ ਹੋਇਆ ਉਹ ਆਯੋਜਿਤ ਕੀਤਾ ਗਿਆ, ਜਿਹੜਾ ਕਿ ਕੱਲ ਹੋਇਆ ਸੀਗਾ ਸਰੀ ਟਾਟਾ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ, ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਮੈਨੇਜਮੈਂਟ ਵੱਲੋਂ। ਉਹਨਾਂ ਨੇ ਪਹਿਲਾਂ ਉਹ ਰੈਲੀ ਆਪਣੇ ਗੁਰਦੁਆਰਾ ਸਾਹਿਬ ਦੀ ਗਰਾਊਂਡ 'ਚ ਕਰਨੀ ਸੀ, ਇਕੱਠ ਬਹੁਤ ਜ਼ਿਆਦਾ ਹੋਣ ਕਰਕੇ ਪੁਲਿਸ ਨੇ ਉਹਨਾਂ ਨੂੰ ਤਾੜਨਾ ਕੀਤੀ, ਤਾਂ ਜਾ ਕੇ ਉਹਨਾਂ ਨੇ ਹਾਲੈਂਡ ਪਾਰਕ ਸ਼ਿਫਟ ਕੀਤੀ ਔਰ ਫਿਰ ਕਾਰ ਰੈਲੀ ਸਾਰੇ ਸ਼ਹਿਰ 'ਚੋਂ ਕੱਢੀ ਗਈ, ਜਿਸ ਵਿੱਚ ਲੋਕਾਂ ਨੇ ਕਾਲੇ ਝੰਡੇ ਚੁੱਕੇ ਹੋਏ ਸੀਗੇ, ਨਾਅਰੇਬਾਜ਼ੀ ਵੀ ਹੋਈ ਹੈ ਔਰ ਲੋਕਾਂ ਦੀ ਜਿਹੜੇ ਲੋਕ ਉੱਥੋਂ ਜਾ ਰਹੇ ਸੀ, ਗੁਜ਼ਰ ਰਹੇ ਸੀ, ਉਹਨਾਂ ਦੀ ਜਿਹੜੀ ਡਰਾਈਵਿੰਗ ਵਿੱਚ ਜਾਂ ਉਹਨਾਂ ਦੇ ਸਫ਼ਰ ਵਿੱਚ ਖਲਲ ਵੀ ਪਿਆ। ਸੋ ਉਸ ਖਲਲ ਦੇ ਦੋਨੇ ਪਹਿਲੂ ਨੇ, ਇੱਕ ਤਾਂ ਜਿਹੜੇ ਨਸਲਵਾਦੀ ਨੇ ਉਹਨਾਂ ਨੂੰ ਸ਼ਾਇਦ ਇਹ ਬਹਾਨਾ ਮਿਲ ਜਾਵੇ ਕਿ ਇਹਨਾਂ ਦੇ ਖਿਲਾਫ ਬੋਲੋ, ਪਰ ਜਿਹੜੇ ਥੋੜੇ ਬਹੁਤ ਸੰਵੇਦਨ ਲੋਕ ਨੇ, ਸਿਦਕਵਾਨ ਨੇ, ਉਹ ਸ਼ਾਇਦ ਠੰਡੇ ਦਿਮਾਗ ਨਾਲ ਇਹ ਵੀ ਸੋਚਣ ਕਿ ਇਹਨਾਂ ਨੂੰ ਮਜਬੂਰ ਹੋ ਕੇ ਕਿਉਂ ਇਹ ਰੈਲੀ ਕੱਢਣੀ ਪੈ ਰਹੀ ਹੈ। ਉਸ ਬਹਾਨੇ ਜਿਹੜਾ ਇੰਡੀਆ ਦੀ ਪੋਲ ਜਿਹੜੀ ਆ ਇਹ ਖੋਲਣ ਵਿੱਚ ਇਹ ਜਿਹੜੇ ਐਕਸ਼ਨ ਨੇ ਬੜੇ ਸਹਾਈ ਸਿੱਧ ਹੋਣਗੇ। ਜੀ ਬਿਲਕੁਲ ਗੁਰਪ੍ਰੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਤੇ ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ, ਮਿਹਰਬਾਨੀ ਜੀ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸ਼ੁਕਰੀਆ ਵਿਊਅਰਸ, ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਸਾਡੀ ਵੈਬਸਾਈਟ www.tv84.tv ਦੇ ਉੱਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਤੇ ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।